हेलो एवरीवन, मेरा नाम संदीप सिंह, कंप्यूटर अध्यापक सरकारी हाई स्कूल रत्ता बदाल। ਅੱਜ ਦੀ ਮੇਰੀ ਇਹ ਵੀਡੀਓ 6ਵੀਂ ਜਮਾਤ ਦੇ ਵਿਦਿਆਰਥੀਆਂ ਵਾਸਤੇ ਆ। ਸੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ 6ਵੀਂ ਜਮਾਤ ਦੇ ਵਿਦਿਆਰਥੀਆਂ ਦਾ 6ਵਾਂ ਚੈਪਟਰ ਜਿਹੜਾ ਹੈਗਾ ਉਹ ਸਾਡਾ ਹੈਗਾ ਹਾਰਡਵੇਅਰ ਅਤੇ ਸਾਫਟਵੇਅਰ, ਜਿਹਦੇ ਬਾਰੇ ਅੱਜ ਅਸੀਂ ਜਾਣਕਾਰੀ ਹਾਸਲ ਕਰਾਂਗੇ। ਸੋ 6ਵੀਂ ਜਮਾਤ ਦੇ ਵਿਦਿਆਰਥੀ ਇਸ ਵੀਡੀਓ ਨੂੰ ਧਿਆਨ ਦੇ ਨਾਲ ਦੇਖਣ। ਸਭ ਤੋਂ ਪਹਿਲਾਂ ਬੱਚਿਓ ਅਸੀਂ ਜਾਣਦੇ ਹਾਂ ਕਿ ਹਾਰਡਵੇਅਰ ਕੀ ਹੁੰਦਾ ਹੈ ਤੇ ਸੌਫਟਵੇਅਰ ਕੀ ਹੁੰਦਾ ਹੈ। ਇਹ ਦੋਵੇਂ ਚੀਜ਼ਾਂ ਹੀ ਬਹੁਤ ਜ਼ਰੂਰੀ ਨੇ ਕਿਸੇ ਵੀ ਕੰਪਿਊਟਰ ਵਾਸਤੇ। ਬਿਨਾਂ ਹਾਰਡਵੇਅਰ ਅਤੇ ਸੌਫਟਵੇਅਰ ਕੰਪਿਊਟਰ ਕੰਮ ਨਹੀਂ ਕਰ ਸਕਦਾ। ਸਭ ਤੋਂ ਪਹਿਲਾਂ ਅਸੀਂ ਇਹਦੇ ਪਹਿਲੇ ਭਾਗ ਹਾਰਡਵੇਅਰ ਬਾਰੇ ਜਾਣਕਾਰੀ ਹਾਸਲ ਕਰਾਂਗੇ, ਫਿਰ ਅਸੀਂ ਇਹਦੇ ਦੂਸਰੇ ਭਾਗ ਸੌਫਟਵੇਅਰ ਬਾਰੇ ਜਾਣਕਾਰੀ ਹਾਸਲ ਕਰਾਂਗੇ। ਸੋ ਸਭ ਤੋਂ ਪਹਿਲਾਂ ਬੱਚੋ ਦੇਖੀਏ ਅਸੀਂ ਹਾਰਡਵੇਅਰ ਕੀ ਹੈ। ਜਿੰਨੇ ਵੀ ਬੱਚੋ ਸਾਡੇ ਕੰਪਿਊਟਰ ਦੇ ਭੌਤਿਕ ਭਾਗ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਹੱਥ ਲਗਾ ਸਕਨੇ ਆ, ਛੂ ਸਕਨੇ ਆ, ਜਿਨ੍ਹਾਂ ਦਾ ਭਾਰ ਹੁੰਦਾ ਹੈ ਉਹਨੂੰ ਅਸੀਂ ਕੰਪਿਊਟਰ ਦੇ ਹਾਰਡਵੇਅਰ ਕਹਿੰਦੇ ਆ। ਠੀਕ ਹੈ, ਜਿਸ ਤਰ੍ਹਾਂ ਇਹਦੇ ਵਿੱਚ ਫਾਰ ਐਗਜ਼ਾਮਪਲ ਕੀ ਆ ਜਾਂਦਾ ਹੈ, ਜਿਹੜੀਆਂ ਚੀਜ਼ਾਂ ਬੱਚੋ ਅਸੀਂ ਸਾਹਮਣੇ ਦੇਖਦੇ ਹਾਂ ਕੰਪਿਊਟਰ ਤੇ ਜਦੋਂ ਅਸੀਂ ਕੰਮ ਕਰਦੇ ਹਾਂ, ਤੁਸੀਂ ਸਾਰਿਆਂ ਨੇ ਦੇਖੀਆਂ ਨੇ। ਕੰਪਿਊਟਰ ਦਾ ਕੀਬੋਰਡ ਹਾਰਡਵੇਅਰ, ਕਿਉਂਕਿ ਅਸੀਂ ਕੀਬੋਰਡ ਨੂੰ ਹੱਥ ਲਗਾ ਸਕਨੇ ਆ। ਮਾਊਸ ਹਾਰਡਵੇਅਰ ਹੈ ਕਿਉਂਕਿ ਅਸੀਂ ਮਾਊਸ ਨੂੰ ਹੱਥ ਛੂ ਸਕਨੇ, ਹੱਥ ਲਗਾ ਸਕਨੇ ਆ। ਇਸੇ ਤਰ੍ਹਾਂ ਇਹਦੇ ਵਿੱਚ ਹੋਰ ਵੀ ਕਿਹੜੇ ਪਾਰਟ ਆ ਜਾਂਦੇ ਨੇ, ਮੋਨੀਟਰ ਆ ਗਿਆ ਸਾਡਾ, ਜਾਂ ਅੱਜ ਕੱਲ LED ਚੱਲ ਰਹੀਆਂ ਨੇ, LED ਆ ਗਿਆ। ਉਹਦੇ ਬਾਅਦ CPU ਆ ਗਿਆ, ਪ੍ਰਿੰਟਰ ਆ ਗਿਆ। ਜਿੰਨੇ ਵੀ ਕੰਪਿਊਟਰ ਦੇ ਬੱਚੋ ਭੌਤਿਕ ਭਾਗ ਨੇ ਸਾਰਿਆਂ ਨੂੰ ਅਸੀਂ ਉਹਦਾ ਹਾਰਡਵੇਅਰ ਕਵਾਂਗੇ। ਜਿਨ੍ਹਾਂ ਨੂੰ ਅਸੀਂ ਛੂ ਸਕਨੇ ਆ, ਹੱਥ ਲਗਾ ਸਕਨੇ ਆ, ਉਹਨੂੰ ਅਸੀਂ ਕੰਪਿਊਟਰ ਦਾ ਹਾਰਡਵੇਅਰ ਕਹਿੰਦੇ ਆ। ਸੋ ਕੰਪਿਊਟਰ ਦੇ ਹਾਰਡਵੇਅਰ ਦੇ ਵਿੱਚ ਬੱਚੋ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਸਾਡੇ ਕੋਲ ਆਉਂਦੀ ਕੰਪਿਊਟਰ ਦਾ CPU, ਅਸੀਂ ਉਹਨੂੰ ਕੰਪਿਊਟਰ ਕੇਸ ਵੀ ਕਹਿੰਦੇ ਆ। ਠੀਕ ਹੈ, ਕੰਪਿਊਟਰ ਦਾ CPU। ਕੰਪਿਊਟਰ ਦੇ CPU ਦੇ ਦੋ ਭਾਗ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਵਰਤਦੇ ਆ। ਇੱਕ ਉਹਦਾ ਅਗਲਾ ਭਾਗ ਹੁੰਦਾ, ਇੱਕ ਪਿਛਲਾ ਭਾਗ। ਅਗਲੇ ਭਾਗ ਦੇ ਵਿੱਚ ਕੁਝ ਬਟਨ ਹੁੰਦੇ ਨੇ ਜਾਂ ਕੋਈ ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਵਰਤਦੇ ਆ। ਇਸੇ ਤਰ੍ਹਾਂ ਪਿਛਲੇ ਭਾਗ ਦੇ ਵਿੱਚ ਉਹਦੀ ਕਨੈਕਟੀਵਿਟੀ ਹੁੰਦੀ ਹੈ ਜਿਹਦੇ ਨਾਲ ਅਸੀਂ ਵੱਖ-ਵੱਖ ਤਾਰਾਂ ਲਗਾ ਕੇ ਉਹਦੀਆਂ ਚੀਜ਼ਾਂ ਜਿਹੜੀਆਂ ਚਲਾਉਣੀਆਂ ਹੁੰਦੀਆਂ ਨਾਲ ਉਹ ਜੋੜਦੇ ਆ। ਅਸੀਂ ਅੱਜ ਇਹਦੇ ਦੋਵੇਂ ਭਾਗਾਂ ਬਾਰੇ ਪਹਿਲਾਂ ਜਾਣਕਾਰੀ ਹਾਸਲ ਕਰਾਂਗੇ ਕਿ ਕੰਪਿਊਟਰ ਦੇ ਅਗਲੇ ਭਾਗ ਦੇ ਵਿੱਚ ਕੀ ਹੁੰਦਾ ਹੈ ਤੇ ਉਹਦੇ ਪਿਛਲੇ ਭਾਗ ਦੇ ਵਿੱਚ ਕੀ ਹੁੰਦਾ ਹੈ। ਫਰੰਟ ਕੇਸ ਦੇ ਵਿੱਚ ਕੀ ਹੋਏਗਾ, ਬੈਕ ਕੇਸ ਦੇ ਵਿੱਚ ਕੀ ਹੋਏਗਾ। ਆਓ ਸਭ ਤੋਂ ਪਹਿਲਾਂ ਕੰਪਿਊਟਰ ਦੇ ਅਸੀਂ ਅਗਲੇ ਭਾਗ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਬੱਚਿਓ। ਕੰਪਿਊਟਰ ਦੇ ਅਗਲੇ ਭਾਗ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦਾ ਹੈ CD DVD ROM। ਠੀਕ ਹੈ, ਇਹ ਡਰਾਈਵ ਹੁੰਦੀ ਹੈ, ਉੱਪਰ ਸਾਡੇ CD DVD ਬਣੀ ਹੁੰਦੀ ਹੈ, ਇੱਕ ਛੋਟਾ ਜਿਹਾ ਬਟਨ ਲੱਗਾ ਹੁੰਦਾ ਹੈ ਸਭ ਤੋਂ ਉੱਪਰ। ਜਦੋਂ ਅਸੀਂ ਬਟਨ ਨੂੰ ਪ੍ਰੈਸ ਕਰਦੇ ਆ ਤਾਂ ਸਾਡਾ ਕੇਸ ਬਾਹਰ ਆ ਜਾਂਦਾ ਜਿਹਦੇ ਵਿੱਚ ਅਸੀਂ ਆਪਣੀ CD DVD ਪਾ ਕੇ ਕੰਪਿਊਟਰ ਦੇ ਵਿੱਚ ਉਹਨੂੰ ਰਨ ਕਰ ਸਕਨੇ ਆ, ਕਾਪੀ ਕਰ ਸਕਨੇ ਆ, ਚਲਾ ਸਕਨੇ ਆ, ਜਾਂ ਕੋਈ ਵੀ ਕੰਮ ਅਸੀਂ ਕਰਨਾ ਹੋਵੇ ਉਹ CD DVD ਦਾ CD DVD ROM ਦੇ ਥਰੂ ਹੀ ਹੁੰਦਾ ਹੈ। ਉਹਦੇ ਬਾਅਦ ਨੈਕਸਟ ਬੱਚੋ ਆ ਜਾਂਦੀ ਹੈ ਜਿਪ ਅਤੇ ਫਲੋਪੀ ਡਰਾਈਵ। ਇਹ ਅੱਜ ਕੱਲ ਬਹੁਤ ਘੱਟ ਯੂਜ਼ ਹੁੰਦੀ ਹੈ ਕੰਪਿਊਟਰਸ ਦੇ ਵਿੱਚ ਕਿਉਂਕਿ ਸਾਡੇ ਸਾਰੇ ਕੰਮ CD DVD ਦੇ ਨਾਲ ਹੁੰਦੇ ਨੇ, ਜਾਂ ਇਹਨਾਂ ਚੀਜ਼ਾਂ ਦੀ ਬੱਚੋ ਜਗ੍ਹਾ ਜਿਹੜੀ ਆ ਉਹ ਪੈਨ ਡਰਾਈਵ ਨੇ ਲੈ ਲਈ ਆ। ਕਿਉਂਕਿ ਪੈਨ ਡਰਾਈਵ ਬੜਾ ਫਲੈਕਸੀਬਲ ਮੀਡੀਆ ਹੈਗਾ ਹੈ ਜਿਹਨੂੰ ਅਸੀਂ ਆਰਾਮ ਦੇ ਨਾਲ ਵੱਖ-ਵੱਖ ਕੰਪਿਊਟਰਾਂ ਦੇ ਵਰਤ ਸਕਨੇ ਆ। ਇਹ ਥੋੜੇ ਮਹਿੰਗੇ ਵੀ ਸੀਗੇ, ਯੂਜ਼ ਕਰਨੇ ਔਖੇ ਸੀਗੇ, ਸਾਈਜ਼ ਵਿੱਚ ਵੱਡੇ ਸੀਗੇ, ਜਿਹਦਾ ਕਰਕੇ ਬੱਚੋ ਆਲਮੋਸਟ ਵੈਸੇ ਖਤਮ ਹੋ ਚੁੱਕੇ ਨੇ ਜਿਪ ਅਤੇ ਫਲੋਪੀ ਡਰਾਈਵ, ਪਰ ਕਈਆਂ ਕੰਪਿਊਟਰਾਂ ਦੇ ਵਿੱਚ ਇਹ ਵੀ ਹੋ ਸਕਦਾ ਹੈ। ਠੀਕ ਹੈ, ਉਹਦੇ ਬਾਅਦ ਨੈਕਸਟ ਆ ਜਾਂਦਾ ਬੱਚੋ ਪਾਵਰ ਰੀਸੈਟ ਬਟਨ। ਠੀਕ ਹੈ, ਤੁਹਾਨੂੰ ਪਤਾ ਹੈ ਪਾਵਰ, ਜਦੋਂ ਅਸੀਂ ਆਪਣਾ ਕੰਪਿਊਟਰ ਸਟਾਰਟ ਕਰਨਾ ਸੀ ਪਾਵਰ ਬਟਨ ਤੋਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਜਾ ਕੇ ਅਸੀਂ ਪਾਵਰ ਬਟਨ ਪ੍ਰੈਸ ਕਰਾਂਗੇ, ਕੰਪਿਊਟਰ ਸਾਡਾ ਚੱਲ ਪਏਗਾ। ਕਈ ਵਾਰ ਕੀ ਹੁੰਦਾ ਬੱਚੋ, ਕੰਪਿਊਟਰ ਸਾਡਾ ਰੁਕ ਜਾਂਦਾ ਹੈ ਜਾਂ ਹੈਂਗ ਹੋ ਜਾਂਦਾ ਹੈ ਜਾਂ ਕੋਈ ਪ੍ਰੋਬਲਮ ਪੈ ਜਾਂਦੀ ਹੈ ਤਾਂ ਪਾਵਰ ਬਟਨ ਤੋਂ ਜੇਕਰ ਕੰਪਿਊਟਰ ਬੰਦ ਨਹੀਂ ਹੋ ਰਿਹਾ ਜਾਂ ਕੰਪਿਊਟਰ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਹੈ ਤਾਂ ਅਸੀਂ ਰੀਸੈਟ ਬਟਨ ਨੂੰ ਯੂਜ਼ ਕਰਕੇ ਉਹਨੂੰ ਦੁਬਾਰਾ ਚਲਾ ਸਕਦੇ ਹਾਂ। ਠੀਕ ਹੈ, ਰੀਸੈਟ ਦਾ ਬਟਨ ਦਾ ਕੀ ਮਤਲਬ ਹੁੰਦਾ ਹੈ ਕਿ ਕੰਪਿਊਟਰ ਕਿਤੇ ਰੁਕ ਗਿਆ ਹੈ, ਬੰਦ ਨਹੀਂ ਹੋ ਰਿਹਾ, ਅਸੀਂ ਰੀਸੈਟ ਬਟਨ ਦੀ ਵਰਤੋਂ ਕਰਾਂਗੇ ਤਾਂ ਕੰਪਿਊਟਰ ਸਾਡਾ ਰੀਸਟਾਰਟ ਹੋ ਜਾਏਗਾ। ਉਹਦੇ ਬਾਅਦ ਬੱਚੋ ਪਾਵਰ LED ਹੁੰਦਾ ਹੈ। ਇਹ ਪਾਵਰ LED ਕੀ ਹੁੰਦਾ ਹੈ, ਇੱਕ ਲਾਈਟ ਉਹ ਜਗਦੀ ਹੈ ਜਦੋਂ ਅਸੀਂ ਕੰਪਿਊਟਰ ਨੂੰ ਔਨ ਕਰਦੇ ਹਾਂ। ਪਾਵਰ LED ਦੇ ਨਾਲ ਸਾਨੂੰ ਫਲੈਸ਼ ਜਿਹੜੀ ਲਾਈਟ ਹੁੰਦੀ ਹੈ ਤੋਂ ਪਤਾ ਚੱਲਦਾ ਹੈ ਕਿ ਸਾਡਾ ਕੰਪਿਊਟਰ ਔਨ ਹੋ ਗਿਆ ਹੈ। ਕਈਆਂ ਕੰਪਿਊਟਰਾਂ ਦੇ ਵਿੱਚ ਇੱਕ ਹੋਰ LED ਵੀ ਹੋਏਗੀ ਜਿਹੜੀ ਹਾਰਡ ਡਿਸਕ ਦੀ LED ਹੋਏਗੀ। ਜਦੋਂ ਅਸੀਂ ਹਾਰਡ ਡਿਸਕ ਦੇ ਉੱਪਰ ਕੰਮ ਕਰਾਂਗੇ, ਕੋਈ ਡਾਟਾ ਸੇਵ ਕਰਾਂਗੇ ਜਾਂ ਰਿਟਰੀਵ ਕਰਾਂਗੇ ਤਾਂ ਜਿਹੜੀ ਹਾਰਡ ਡਿਸਕ ਦੀ LED ਜਿਹੜੀ ਉਹ ਜਗੇਗੀ। ਆਓ ਸਭ ਤੋਂ ਪਹਿਲਾਂ ਬੱਚਿਓ, ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਹੈ, ਤੁਹਾਨੂੰ ਮੇਰੇ ਕੋਲ ਕੰਪਿਊਟਰ ਕੇਸ ਅਵੇਲੇਬਲ ਹੈ। ਮੈਂ ਤੁਹਾਨੂੰ ਇਹਦੇ ਸਾਰੇ ਬਟਨ ਜਿਹੜੇ ਹੈਗੇ ਆ ਉਹ ਚੈੱਕ ਕਰਵਾਉਣਾ। ਇਹ ਦੇਖੋ,
ਇਹ ਬੱਚੋ ਸਭ ਤੋਂ ਪਹਿਲਾਂ ਆ ਗਿਆ ਇਹਦਾ CD DVD। ਇਹ ਵਾਲਾ ਇਹਦਾ ਜਿਹੜਾ ਪਾਰਟ ਹੈਗਾ ਹੈ ਇਹ CD DVD ਦਾ ਪਾਰਟ ਹੈਗਾ ਹੈ। ਇਹਦੇ ਵਿੱਚ ਬੱਚੋ ਇਸ ਬਟਨ ਨੂੰ ਅਸੀਂ ਜਦੋਂ ਕਲਿੱਕ ਕਰਾਂਗੇ ਇਹ ਕੇਸ ਸਾਡਾ ਬਾਹਰ ਆਏਗਾ ਜਿੱਥੇ ਅਸੀਂ CD DVD ਨੂੰ ਯੂਜ਼ ਕਰ ਸਕਦੇ ਹਾਂ। ਉਹਦੇ ਬਾਅਦ ਸੈਕੰਡ ਬੱਚੋ ਆ ਜਾਂਦਾ ਹੈ ਜਿਪ ਵਗੈਰਾ, ਜਿਪ ਜਾਂ ਫਲੋਪੀ ਡਿਸਕ ਇੱਥੇ ਲੱਗਦਾ ਹੈ, ਬਟ ਅਸੀਂ ਇੱਥੇ ਹੁਣ ਅੱਜ ਕੱਲ ਯੂਜ਼ ਨਹੀਂ ਹੋ ਰਿਹਾ, ਇਸ ਕਰਕੇ ਇਹਦੇ ਵਿੱਚ ਉਹ ਡਿਵਾਈਸ ਨਹੀਂ ਲੱਗੀ ਹੈਗੀ। ਬਾਕੀ ਇਹਦੇ ਬੱਚੋ ਫਰੰਟ ਪੈਨਲ ਤੇ ਸਾਡੇ ਕੋਲ ਮਿਊਜ਼ਿਕ ਵਾਸਤੇ ਜਿਹੜੀਆਂ ਪੋਰਟਸ ਅਵੇਲੇਬਲ ਨੇ ਜਾਂ USB ਵੀ ਅਵੇਲੇਬਲ ਹੈ। ਪਹਿਲਾਂ ਨਹੀਂ ਸੀ ਹੁੰਦੀ, ਅੱਜ ਕੱਲ ਫਰੰਟ ਦੇ ਉੱਪਰ ਵੀ ਉਹਨਾਂ ਦੇ ਦਿੱਤਾ ਹੈ ਤਾਂ ਕਿ ਅਸੀਂ ਈਜ਼ੀਲੀ ਕਨੈਕਟੀਵਿਟੀ ਕਰ ਸਕੀਏ। ਆਪਣਾ ਕੋਈ ਵੀ ਅਸੀਂ ਜਿਹੜਾ ਹੈੱਡਫੋਨ ਲਗਾਉਣਾ ਉਹ ਲਗਾ ਸਕਦੇ ਹਾਂ ਜਾਂ ਕੋਈ ਪੈਨ ਡਰਾਈਵ ਲਗਾਣੀ ਹੈ ਫਰੰਟ ਤੇ ਲੱਗ ਸਕਦੀ ਹੈ। ਉਹਦੇ ਬਾਅਦ ਬੱਚੋ ਇਹ ਦੇਖੋ ਨੀਚੇ ਆ ਗਿਆ ਸਾਡੇ ਕੋਲ ਇੰਪੋਰਟੈਂਟ ਹੈ ਪਾਵਰ ਬਟਨ। ਪਾਵਰ ਬਟਨ ਨੂੰ ਅਸੀਂ ਪ੍ਰੈਸ ਕਰਕੇ ਆਪਣੇ ਕੰਪਿਊਟਰ ਨੂੰ ਔਨ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਐਸੇ ਬਟਨ ਨੂੰ ਹੀ ਪ੍ਰੈਸ ਕਰਦੇ ਹਾਂ ਤੇ ਸਾਡਾ ਕੰਪਿਊਟਰ ਔਨ ਹੋ ਜਾਂਦਾ ਹੈ, ਠੀਕ ਹੈ। ਉਹਦੇ ਬਾਅਦ ਜੇਕਰ ਕੰਪਿਊਟਰ ਹੈਂਗ ਹੋ ਜਾਂਦਾ ਹੈ ਤਾਂ ਇਹ ਦੇਖੋ ਬੱਚੋ, ਇਹ ਤੁਹਾਨੂੰ ਮੈਂ ਦੱਸਿਆ ਸੀ ਰੀਸੈਟ ਬਟਨ। ਇਹ ਰੀਸੈਟ ਬਟਨ ਜਿਹੜਾ ਬਹੁਤ ਛੋਟਾ ਜਿਹਾ ਬਟਨ ਨੀਚੇ ਹੁੰਦਾ ਹੈ, ਜਦੋਂ ਅਸੀਂ ਇਹਨੂੰ ਪ੍ਰੈਸ ਕਰਾਂਗੇ ਜੇਕਰ ਕੰਪਿਊਟਰ ਹੈਂਗ ਹੋ ਗਿਆ ਜਾਂ ਰੁਕ ਗਿਆ ਨਹੀਂ ਚੱਲ ਰਿਹਾ ਤਾਂ ਅਸੀਂ ਰੀਸੈਟ ਤੋਂ ਉਹਨੂੰ ਦੁਬਾਰਾ ਰੀਸੈਟ ਕਰ ਸਕਦੇ ਹਾਂ। ਦੁਬਾਰਾ ਕੰਪਿਊਟਰ ਆਫ ਹੋ ਕੇ ਆਟੋਮੈਟਿਕਲੀ ਔਨ ਹੋ ਜਾਏਗਾ। ਉਹਦੇ ਬਾਅਦ ਇਹ ਬੱਚੋ ਦੋ LED ਹੈਗੀਆਂ ਨੇ, ਇੱਕ ਪਾਵਰ ਦੀ LED ਹੈ, ਇੱਕ HDD ਦੀ ਹਾਰਡ ਡਿਸਕ ਦੀ LED ਹੈਗੀ ਹੈ। ਦੋਨੇ ਬਲਿੰਕ ਕਰਨਗੀਆਂ। ਪਾਵਰ ਦੀ LED ਕਦੋਂ ਬਲਿੰਕ ਕਰੇਗੀ? ਜਦੋਂ ਅਸੀਂ ਕੰਪਿਊਟਰ ਨੂੰ ਔਨ ਕਰਾਂਗੇ ਤੇ ਕੰਟੀਨਿਊ ਜਗਦੀ ਰਹੇਗੀ। ਪਰ ਹਾਰਡ ਡਿਸਕ ਦੀ LED ਵਿੱਚੋਂ ਬੰਦ ਹੋ ਜਾਏਗੀ, ਵਿੱਚੋਂ ਚੱਲੇਗੀ। ਬੰਦ ਕਦੋਂ ਹੋਏਗੀ? ਜਦੋਂ ਅਸੀਂ ਹਾਰਡ ਡਿਸਕ ਤੇ ਕੰਮ ਨਹੀਂ ਕਰ ਰਹੇ। ਚੱਲੇਗੀ ਕਦੋਂ? ਜਦੋਂ ਅਸੀਂ ਹਾਰਡ ਡਿਸਕ ਤੋਂ ਕੋਈ ਡਾਟਾ ਲੈ ਰਹੇ ਹਾਂ ਜਾਂ ਡਾਟਾ ਸੇਵ ਕਰ ਰਹੇ ਤਾਂ ਹਾਰਡ ਡਿਸਕ ਦੀ ਜਿਹੜੀ LED ਚੱਲੇਗੀ। ਸੋ ਇਸ LED ਨਾਲ ਸਾਨੂੰ ਇਹ ਪਤਾ ਚੱਲਦਾ ਹੈ ਕਿ ਕਦੋਂ ਸਾਡਾ ਕੰਪਿਊਟਰ ਜਿਹੜਾ ਹੈਗਾ ਹੈ ਉਹ ਹਾਰਡ ਡਿਸਕ ਨੂੰ ਯੂਜ਼ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ। ਇਹ ਬੱਚੋ ਸਾਡਾ ਸਾਰਾ ਫਰੰਟ ਪੈਨਲ ਹੁੰਦਾ ਹੈ ਕੰਪਿਊਟਰ ਦਾ ਜਿਹਨੂੰ ਅਸੀਂ ਵਰਤਦੇ ਹਾਂ, ਠੀਕ ਹੈ। ਉਹਦੇ ਬਾਅਦ ਬੱਚੋ ਨੈਕਸਟ ਸੈਕੰਡ ਸਾਡੇ ਕੋਲ ਆਪਸ਼ਨ ਆ ਜਾਂਦੀ ਹੈ ਬੈਕ ਪੈਨਲ ਦੀ, ਠੀਕ ਹੈ। ਬੈਕ ਪੈਨਲ ਦੇ ਵਿੱਚ ਬੱਚੋ ਕੀ ਹੁੰਦਾ ਹੈ, ਬੈਕ ਕੇਸ ਦੇ ਵਿੱਚ ਸਾਡੇ ਕੋਲ ਕੰਪਿਊਟਰ ਦੀਆਂ ਡਿਫਰੈਂਟ ਪੋਰਟਸ ਜਿਹੜੀਆਂ ਅਵੇਲੇਬਲ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਵਰਤਦੇ ਹਾਂ। ਜਿਹਦੇ ਵਿੱਚ ਬੱਚੋ ਸਭ ਤੋਂ ਪਹਿਲਾਂ ਹੈਗੀ ਆ PS/2 ਪੋਰਟ ਹੁੰਦੀ ਹੈ ਜਿੱਥੇ ਅਸੀਂ ਕੀਬੋਰਡ ਅਤੇ ਮਾਊਸ ਦੀ ਕਨੈਕਟੀਵਿਟੀ ਕਰਦੇ ਹਾਂ, ਠੀਕ ਹੈ। ਉਹਦੇ ਬਾਅਦ USB ਪੋਰਟ ਹੈਗੀ ਹੈ ਜਿੱਥੇ ਅਸੀਂ ਕੋਈ ਡਿਫਰੈਂਟ ਡਿਵਾਈਸਿਸ ਹੁੰਦੀਆਂ ਨੇ ਉਹਨਾਂ ਨੂੰ ਲਗਾ ਸਕਦੇ ਹਾਂ, ਜਿਸ ਤਰ੍ਹਾਂ ਸਾਡਾ ਪ੍ਰਿੰਟਰ ਹੋ ਗਿਆ, ਕੈਮਰਾ ਹੋ ਗਿਆ, ਮੋਬਾਈਲ ਹੋ ਗਿਆ। ਸੋ ਇਹ ਯੂਨੀਵਰਸਲ ਪੋਰਟ ਹੁੰਦੀ ਆ, ਇਹ ਡਿਪੈਂਡੈਂਟ ਨਹੀਂ ਹੁੰਦੀ ਕਿਸੇ ਇੱਕ ਡਿਵਾਈਸ ਤੇ। ਬਹੁਤ ਸਾਰੀਆਂ ਡਿਵਾਈਸਿਸ ਜਿਸ ਤਰ੍ਹਾਂ ਪੈਨ ਡਰਾਈਵ ਹੋ ਗਈ, ਠੀਕ ਹੈ, ਇਹ ਸਾਰੀਆਂ ਡਿਵਾਈਸਿਸ ਅਸੀਂ USB ਪੋਰਟ ਦੇ ਉੱਪਰ ਲਗਾਉਂਦੇ ਆ। ਉਹਦੇ ਬਾਅਦ ਪਿੱਛੇ ਵੀ ਸਾਡੇ ਕੋਲ ਸਾਊਂਡ ਅਤੇ ਮਾਈਕ੍ਰੋਫੋਨ ਵਾਸਤੇ ਪੋਰਟਸ ਅਵੇਲੇਬਲ ਨੇ। ਇੱਕ ਸਾਡੇ ਕੋਲ VGA ਪੋਰਟ ਅਵੇਲੇਬਲ ਹੁੰਦੀ ਬੱਚੋ। VGA ਪੋਰਟ ਦੇ ਨਾਲ ਅਸੀਂ ਆਪਣੀ ਕਨੈਕਟੀਵਿਟੀ ਕਰਦੇ ਆ ਮੋਨੀਟਰ ਦੀ ਜਾਂ LED ਦੀ, ਠੀਕ ਹੈ। ਉਹਦੇ ਬਾਅਦ ਫਿਰ ਸਾਡੇ ਕੋਲ ਪਾਵਰ ਇਨਪੁਟ ਐਂਡ ਆਊਟਪੁੱਟ ਦੀਆਂ ਪੋਰਟਸ ਅਵੇਲੇਬਲ ਨੇ ਜਿੱਥੇ ਅਸੀਂ ਕੰਪਿਊਟਰ ਨੂੰ ਪਾਵਰ ਸਪਲਾਈ ਦਿੰਨੇ ਆ, ਠੀਕ ਹੈ, ਕਿਉਂਕਿ CPU ਨੂੰ ਪਾਵਰ ਸਪਲਾਈ ਦੇਣੀ ਹੁੰਦੀ ਹੈ। ਉਹਦੇ ਵਾਸਤੇ ਅਸੀਂ ਪਾਵਰ ਇਨ ਅਤੇ ਆਊਟ, ਕਈਆਂ 'ਚ ਕੱਲੀ ਇਨ ਹੁੰਦੀ ਹੈ, ਕਈਆਂ 'ਚ ਆਊਟ ਵੀ ਹੁੰਦੀ ਹੈ। ਆਊਟ ਦੇ ਨਾਲ ਕੀ ਹੁੰਦਾ ਹੈ ਕਿ ਫਿਰ ਸਾਨੂੰ ਦੋ ਪੋਰਟਸ ਨਹੀਂ ਯੂਜ਼ ਕਰਨੀਆਂ ਪੈਂਦੀਆਂ। ਮੋਨੀਟਰ ਨੂੰ ਅਸੀਂ ਡਾਇਰੈਕਟਲੀ ਆਪਣੀ CPU ਦੇ ਵਿੱਚੋਂ ਹੀ ਪਾਵਰ ਦੇ ਸਕਦੇ ਹਾਂ, ਠੀਕ ਹੈ। ਸੋ ਇਹ ਡਿਫਰੈਂਟ ਸਾਡੇ ਕੋਲ ਬੈਕ ਕੇਸ ਦੀਆਂ ਐਗਜ਼ਾਮਪਲਸ ਹੈਗੀਆਂ ਨੇ। ਆਓ ਮੈਂ ਤੁਹਾਨੂੰ ਇਹ ਜਿਹੜਾ ਬੈਕ ਕੇਸ ਹੈਗਾ ਹੈ ਇਹਨੂੰ ਹੁਣ ਇੱਕ ਵਾਰੀ ਦਿਖਾਣਾ ਹੈਗਾ ਕਿ ਇਹਦੇ ਪੋਰਟਸ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਾਂ ਅਸੀਂ ਕਿੱਥੇ ਕਿਹੜੀ ਚੀਜ਼ ਜਿਹੜੀ ਆ ਉਹ ਅਟੈਚ ਕਰਦੇ ਆ। ਸੋ ਬੱਚਿਓ ਦਿਖਾਈ ਦੇ ਰਿਹਾ ਹੋਵੇਗਾ ਤੁਹਾਨੂੰ ਸਾਰਿਆਂ ਨੂੰ। ਇਹਦੇ ਵਿੱਚ ਇਹ ਦੇਖੋ, ਇਹ ਸਾਡੇ ਕੋਲ ਹੈਗੀ ਹੈ ਬੱਚਿਓ ਪਾਵਰ ਇਨਪੁਟ ਦੀ, ਠੀਕ ਹੈ। ਇੱਥੇ ਅਸੀਂ ਆਪਣੀ ਪਾਵਰ ਦੀ ਇਨਪੁਟ ਕੇਬਲ ਲਗਾਵਾਂਗੇ। ਇਹ ਸਾਡੇ ਕੋਲ ਹੈਗੀ ਪਾਵਰ ਆਊਟਪੁੱਟ ਦੀ, ਇੱਥੇ ਅਸੀਂ ਪਾਵਰ ਦੀ ਆਊਟਪੁੱਟ ਲਗਾਣੇ। ਇਹ ਸਾਡੇ ਕੋਲ ਪਾਵਰ ਸਪਲਾਈ ਦਾ ਫੈਨ ਹੁੰਦਾ ਹੈ ਜਿਹੜਾ ਸਾਡੀ ਪਾਵਰ ਸਪਲਾਈ ਨੂੰ ਹੀਟ ਨਹੀਂ ਹੋਣ ਦਿੰਦਾ, ਠੀਕ ਹੈ। ਜਦੋਂ ਅਸੀਂ ਪਾਵਰ ਸਪਲਾਈ ਔਨ ਕਰਦੇ ਹਾਂ ਤਾਂ ਫੈਨ ਆਟੋਮੈਟਿਕਲੀ ਰਨ ਹੋ ਜਾਏਗਾ। ਉਹਦੇ ਬਾਅਦ ਬੱਚੋ ਇਹ ਦੇਖੋ, ਇਹ ਸਾਡੇ ਕੋਲ ਦੋਨੇ ਹੈਗੀਆਂ ਕੀਬੋਰਡ ਦੀਆਂ ਤੇ ਮਾਊਸ ਦੀਆਂ ਪੋਰਟਸ। ਇਹਨੂੰ ਅਸੀਂ PSB2 ਪੋਰਟਸ ਕਹਿੰਦੇ ਆ ਜਿੱਥੇ ਅਸੀਂ ਆਪਣਾ ਕੀਬੋਰਡ ਅਤੇ ਮਾਊਸ ਲਗਾ ਸਕਦੇ ਆ। ਉਹਦੇ ਬਾਅਦ ਸਾਡੇ ਕੋਲ ਇਹ ਬੱਚੋ VGA ਪੋਰਟ ਹੈਗੀ ਹੈ ਜਿਹਦੇ ਤੇ ਅਸੀਂ ਆਪਣਾ ਮੋਨੀਟਰ ਲਗਾ ਸਕਦੇ ਹਾਂ। ਮੋਨੀਟਰ ਦੀ ਸਾਡੀ ਕਨੈਕਟੀਵਿਟੀ ਇੱਥੇ ਹੋਏਗੀ। ਦੇਖੋ ਬੱਚੋ ਤੁਸੀਂ ਨੋਟ ਕਰੋ, ਹਰ ਪੋਰਟ ਦੀ ਸ਼ੇਪ, ਸਾਈਜ਼, ਪਿੰਸ ਅਲੱਗ-ਅਲੱਗ ਨੇ। ਇਹਦਾ ਮਤਲਬ ਕੀ ਹੈ ਕਿ ਤੁਸੀਂ ਕਦੀ ਵੀ ਕੋਈ ਗਲਤ ਪੋਰਟ ਨਹੀਂ ਲਗਾ ਸਕਦੇ ਜੇ ਤੁਸੀਂ ਹਮੇਸ਼ਾ ਸਹੀ ਜਗ੍ਹਾ ਤੇ ਸਹੀ ਪੋਰਟ ਹੀ ਲਗਾਓਗੇ। ਜੇਕਰ ਤੁਹਾਨੂੰ ਨਹੀਂ ਵੀ ਪਤਾ ਤਾਂ ਤੁਸੀਂ ਪੋਰਟ ਦੇਖ ਕੇ ਦੇਖ ਸਕਦੇ ਜੇ ਵੀ ਕਿੱਥੇ ਕਿਹੜੀ ਲੱਗਣੀ ਹੈ, ਠੀਕ ਹੈ। ਜਿਸ ਤਰ੍ਹਾਂ ਕੀਬੋਰਡ ਮਾਊਸ ਦੀ ਗੋਲ ਹੋਏਗੀ, VGA ਦੀ ਜਿਹੜੀ ਹੈ ਥੋੜੀ ਲੰਬੀ ਹੋਏਗੀ। ਸੋ ਅਸੀਂ ਆਰਾਮ ਦੇ ਨਾਲ ਇਹਦੀ ਕਨੈਕਟੀਵਿਟੀ ਕਰ ਸਕਦੇ ਹਾਂ। ਉਹਦੇ ਬਾਅਦ ਦੇਖੋ ਬੱਚੋ ਮਲਟੀਪਲ USB ਸਾਡੇ ਕੋਲ ਅਵੇਲੇਬਲ ਨੇ ਜਿੱਥੇ ਅਸੀਂ ਡਿਫਰੈਂਟ USB ਡਿਵਾਈਸਿਸ ਲਗਾ ਸਕਦੇ ਹਾਂ। ਉਹਦੇ ਬਾਅਦ ਇਹ ਸਾਡੇ ਕੋਲ ਸਾਊਂਡ ਦੀਆਂ ਅਵੇਲੇਬਲ ਨੇ, ਠੀਕ ਹੈ। ਇਹਦੇ ਅਸੀਂ ਮਾਈਕ ਲਗਾ ਸਕਦੇ ਹਾਂ ਜਾਂ ਸਾਊਂਡ ਦੀ ਆਊਟਪੁੱਟ ਲਗਾ ਸਕਦੇ ਹਾਂ। ਸੋ ਇਹ ਸਾਡਾ ਕੰਪਿਊਟਰ ਦਾ ਬੈਕ ਕੇਸ ਹੈ ਜਿੱਥੇ ਅਸੀਂ ਆਪਣੀਆਂ ਡਿਵਾਈਸ ਦੀ ਕਨੈਕਟੀਵਿਟੀ ਕਰਦੇ ਹਾਂ, ਠੀਕ ਹੈ ਬੱਚਿਓ। ਉਹਦੇ ਬਾਅਦ
ਨੈਕਸਟ ਸਾਡੇ ਕੋਲ ਬੱਚੋ ਮਦਰਬੋਰਡ ਹੈਗਾ ਹੈ। ਮਦਰਬੋਰਡ ਬੱਚੋ ਕੀ ਹੁੰਦਾ ਹੈ, ਦੇਖੋ ਅਸੀਂ ਆਪਣੇ ਕੰਪਿਊਟਰ ਦੀਆਂ ਸਾਡੀਆਂ ਸਾਰੀਆਂ ਡਿਵਾਈਸਿਸ ਜਾਂ ਸਭ ਕੁਝ ਜਿਹੜੀਆਂ ਮਦਰਬੋਰਡ ਦੇ ਨਾਲ ਕਨੈਕਟਡ ਹੁੰਦੀਆਂ ਨੇ, ਇਸ ਲਈ ਇਹਨੂੰ ਮਦਰਬੋਰਡ ਕਿਹਾ ਜਾਂਦਾ ਹੈ। ਠੀਕ ਆ, ਇੱਕ ਤਰ੍ਹਾਂ ਦੀ ਮਾਂ ਕਹਿ ਸਕਦੇ ਅਸੀਂ ਇਹਨੂੰ, ਕੰਪਿਊਟਰ ਦੀ ਸਾਡੇ ਹਾਰਡਵੇਅਰ ਦੀ ਮਾਂ ਹੈ, ਕਿਉਂਕਿ ਇਹਦੇ ਨਾਲ ਹੀ ਸਾਰੀਆਂ ਸਾਡੀਆਂ ਡਿਵਾਈਸਿਸ ਜਿਹੜੀਆਂ ਉਹ ਕਨੈਕਟਡ ਹੋਣਗੀਆਂ। ਮਦਰਬੋਰਡ ਦੇ ਨਾਲ ਹੀ ਅਸੀਂ ਸਭ ਕੁਝ ਅਟੈਚ ਕਰਾਂਗੇ। ਮਦਰਬੋਰਡ ਦੇ ਨਾਲ ਬੱਚੋ ਅਸੀਂ ਕੀ ਅਟੈਚ ਕਰਦੇ ਆ, ਆਪਣੀ ਹਾਰਡ ਡਰਾਈਵ ਲਗਾਉਂਦੇ ਆ। ਹਾਰਡ ਡਰਾਈਵ ਬੱਚੋ ਅੱਜ ਕੱਲ ਹੁਣ ਸਾਡੇ ਕੋਲ ਦੋ ਤਰ੍ਹਾਂ ਦੀਆਂ ਚੱਲਦੀਆਂ ਨੇ। ਪਹਿਲਾਂ ਚੱਲਦੀ ਸੀ IDE, ਹੁਣ ਅੱਜ ਕੱਲ SATA ਵੀ ਆ ਗਈਆਂ ਨੇ। ਸੋ ਜਿਸ ਤਰ੍ਹਾਂ ਦੀ ਹਾਰਡ ਡਰਾਈਵ ਹੋਏਗੀ ਉਹਨੂੰ ਅਸੀਂ ਲਗਾ ਸਕਦੇ ਆ। ਜੇਕਰ IDE ਹੈਗੀ ਹੈ ਤਾਂ IDE ਦੀ ਪੋਰਟ ਅਵੇਲੇਬਲ ਹੈ, SATA ਹੈ ਤਾਂ SATA ਦੀ ਪੋਰਟ ਅਵੇਲੇਬਲ ਹੈ। ਵੀਡੀਓ ਕਾਰਡ ਲਗਾ ਸਕਦੇ ਆ, ਪ੍ਰੋਸੈਸਰ ਲੱਗਦਾ ਹੈ, ਫੈਨ ਲੱਗਦਾ ਹੈ, RAM ਲੱਗਦੀ ਹੈ, ਪਾਵਰ ਸਪਲਾਈ, CD DVD ਦੀਆਂ ਪੋਰਟਸ ਤੇ SATA ਪੋਰਟਸ, ਇਹ ਸਾਰਾ ਸਾਡੇ ਕੋਲ ਮਦਰਬੋਰਡਸ ਦੇ ਵਿੱਚ ਅਵੇਲੇਬਲ ਹੁੰਦਾ ਹੈ। ਠੀਕ ਹੈ, ਮੇਰੇ ਕੋਲ ਮਦਰਬੋਰਡ ਅਵੇਲੇਬਲ ਹੈ ਬੱਚੋ। ਸੋ ਮੈਂ ਉਹਦੇ ਉੱਪਰ ਤੁਹਾਨੂੰ ਜ਼ਿਆਦਾ ਤੇ ਵਧੀਆ ਤਰੀਕੇ ਨਾਲ ਸਮਝ ਲੱਗੇਗਾ ਕਿ ਮਦਰਬੋਰਡ ਜਿਹੜਾ ਉਹ ਕਿਸ ਤਰ੍ਹਾਂ ਦਾ ਹੁੰਦਾ ਹੈ, ਅਸੀਂ ਉਹਨੂੰ ਕਿਸ ਤਰ੍ਹਾਂ ਦਾ ਯੂਜ਼ ਕਰਦੇ ਹਾਂ। ਠੀਕ ਹੈ ਬੱਚੋ, ਇਹ ਦੇਖੋ ਇਹ ਸਾਡਾ ਮਦਰਬੋਰਡ, ਇਹ ਦੇਖੋ ਬੱਚੋ ਇਹੀ ਉਹੀ ਪਿੱਛੇ ਵਾਲੀਆਂ ਪੋਰਟਸ ਸਾਡੀਆਂ ਮਦਰਬੋਰਡ ਦੇ ਵਿੱਚੋਂ ਹੀ ਨਿਕਲਦੀਆਂ ਨੇ। ਇਸ ਤਰ੍ਹਾਂ ਅਟੈਚ ਹੁੰਦਾ ਹੈ, ਇਹ ਸਾਨੂੰ ਸਾਰੀਆਂ ਪਿੱਛੇ ਦਿਖਾਈ ਦਿੰਦੀਆਂ ਨੇ। ਠੀਕ ਹੈ, ਕੰਪਿਊਟਰ ਕੇਸ ਦੀ ਬੈਕ ਸਾਈਡ ਤੇ ਇਹ ਸਾਡਾ ਬੱਚੋ ਸਾਰਾ ਮਦਰਬੋਰਡ ਹੈ। ਆਈ ਥਿੰਕ ਤੁਹਾਨੂੰ ਦਿਖਾਈ ਦੇ ਰਿਹਾ ਹੋਏਗਾ ਸਾਰਿਆਂ ਨੂੰ। ਠੀਕ ਹੈ, ਇਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਹਾਰਡ ਡਰਾਈਵ IDE, ਇਹ ਬੱਚੋ ਸਾਡੀ ਪੋਰਟ ਹੁੰਦੀ ਹੈ ਹਾਰਡ ਡਰਾਈਵ ਦੀ IDE ਦੀ, ਜਾਂ ਅਸੀਂ CD DVD ਵੀ ਇੱਥੇ ਲਗਾ ਸਕਦੇ ਹਾਂ। ਠੀਕ ਹੈ, ਇਹ ਸਾਡੀ IDE ਦੀ ਪੋਰਟ ਹੈਗੀ ਹੈ, ਇੱਥੇ ਅਸੀਂ ਉਹਨੂੰ ਕਨੈਕਟ ਕਰਦੇ ਹਾਂ। ਉਹਦੇ ਬਾਅਦ ਬੱਚੋ ਨੈਕਸਟ ਸੈਕੰਡ ਚੀਜ਼ ਸੀਗੀ ਸਾਡੇ ਕੋਲ ਵੀਡੀਓ ਕਾਰਡ। ਅਸੀਂ ਆਪਣਾ ਕੋਈ ਵੀ ਵੀਡੀਓ ਕਾਰਡ ਜੇਕਰ ਸਾਡੀ ਐਕਸਟਰਨਲ ਲਿਆ ਹੈ ਤਾਂ ਉਹਦੇ ਲਈ ਸਾਡੇ ਕੋਲ ਇਹ ਦੇਖੋ ਬੱਚੋ ਇਹ ਵਾਲੀ ਪੋਰਟ ਸਾਡੇ ਵੀਡੀਓ ਕਾਰਡ ਦੀ ਪੋਰਟ ਅਵੇਲੇਬਲ ਹੈ। ਇੱਥੇ ਅਸੀਂ ਜਿਹੜਾ ਵੀਡੀਓ ਕਾਰਡ ਹੈਗਾ ਆ ਉਹਨੂੰ ਲਗਾ ਸਕਦੇ ਹਾਂ। ਉਹਦੇ ਬਾਅਦ ਬੱਚੋ ਨੈਕਸਟ ਸਾਡੇ ਕੋਲ ਸੀ ਪ੍ਰੋਸੈਸਰ। ਦੇਖੋ ਬੱਚੋ ਇਹ ਵਾਲੇ ਜਿਹੜੇ ਮਲਟੀਪਲ ਪਿੰਸ ਦਾ ਸਾਡੇ ਕੋਲ ਬਣਿਆ ਹੈ, ਇਹ ਪ੍ਰੋਸੈਸਰ ਵਾਸਤੇ। ਇਹਨੂੰ ਅਸੀਂ ਇਸ ਤਰ੍ਹਾਂ ਓਪਨ ਕਰਦੇ ਹਾਂ। ਠੀਕ ਹੈ, ਓਪਨ ਕੀਤਾ ਉਹਦੇ ਬਾਅਦ ਇੱਥੇ ਅਸੀਂ ਆਪਣਾ ਪ੍ਰੋਸੈਸਰ ਰੱਖਾਂਗੇ ਜਿਹਦੇ ਵਿੱਚ ਕਾਫੀ ਪਿੰਸ ਹੋਣਗੀਆਂ। ਉਹ ਪਿੰਸ ਇਹਦੇ ਮੈਟ੍ਰਿਕਸ ਦੇ ਅਕੋਰਡਿੰਗ ਹੀ ਹੁੰਦੀਆਂ ਨੇ। ਜਿਸ ਤਰ੍ਹਾਂ ਦਾ ਮਦਰਬੋਰਡ ਲੈਂਦੇ ਆ ਉਹਦੇ ਅਕੋਰਡਿੰਗ ਹੀ ਸਾਡਾ ਪ੍ਰੋਸੈਸਰ ਜਿਹੜਾ ਸਾਨੂੰ ਮਿਲਦਾ ਹੈ। ਸੋ ਇਹਦੇ ਵਿੱਚ ਅਸੀਂ ਆਪਣਾ ਪ੍ਰੋਸੈਸਰ ਲਗਾ ਕੇ ਇਹਨੂੰ ਸੈੱਟ ਕਰ ਸਕਦੇ ਹਾਂ। ਇਹਦੇ ਉੱਪਰ ਫਿਰ ਫੈਨ ਆਏਗਾ, ਜਿਹੜਾ ਸਾਡਾ ਪ੍ਰੋਸੈਸਰ ਦਾ ਫੈਨ ਹੋਏਗਾ ਉਹਨੂੰ ਅਸੀਂ ਇਹਦੇ ਉੱਪਰ ਲਗਾਵਾਂਗੇ। ਠੀਕ ਹੈ ਬੱਚੋ, ਉਹਦੇ ਬਾਅਦ ਅੱਗੇ ਆ ਜਾਂਦਾ RAM। ਇਹ ਸਾਡੇ ਕੋਲ ਦੋ ਪੋਰਟਸ ਅਵੇਲੇਬਲ ਨੇ ਰੈਮਸ ਦੀਆਂ। ਇੱਥੇ ਅਸੀਂ RAM ਜਿਹੜੀ ਆ ਆਪਣੀ ਲਗਾ ਸਕਦੇ ਹਾਂ, ਜਿਹੜੀ ਸਾਡੀ ਰੈਂਡਮ ਐਕਸੈਸ ਮੈਮਰੀ ਹੈਗੀ ਆ ਜਿਹਨੂੰ ਅਸੀਂ ਯੂਜ਼ ਕਰਦੇ ਆ। ਠੀਕ ਹੈ, ਸੋ RAM ਸਾਡੀ ਜਿਹੜੀ ਆ ਇਹਨਾਂ ਦੋਨਾਂ ਪੋਰਟਸ ਦੇ ਵਿੱਚ ਲੱਗਦੀ ਹੈ। ਉਹਦੇ ਬਾਅਦ ਬੱਚੋ ਨੈਕਸਟ ਆ ਜਾਂਦਾ ਪਾਵਰ ਸਪਲਾਈ। ਠੀਕ ਹੈ, ਇਹ ਸਾਡੀ ਪਾਵਰ ਸਪਲਾਈ ਦੀ ਆਪਸ਼ਨ ਹੈਗੀ ਹੈ ਇਹਦੇ ਵਿੱਚ, ਜਿਹਦੇ ਵਿੱਚ ਅਸੀਂ ਪਾਵਰ ਸਪਲਾਈ ਦਿੰਦੇ ਹਾਂ। ਠੀਕ ਹੈ, ਇੱਥੇ ਅਸੀਂ ਮਦਰਬੋਰਡ ਨੂੰ ਪਾਵਰ ਸਪਲਾਈ ਦੀ ਜਿਹੜੀਆਂ ਪੋਰਟਸ ਨੇ ਸਾਡੀਆਂ ਇੱਥੇ ਲੱਗਣਗੀਆਂ। ਉਹਦੇ ਬਾਅਦ ਨੈਕਸਟ ਹੈਗਾ CD DVD। CD DVD ਬੱਚੋ ਅੱਜ ਕੱਲ ਇਹ ਸਾਡੇ ਕੋਲ SATA ਪੋਰਟਸ ਹੈਗੀਆਂ ਨੇ। ਠੀਕ ਹੈ, 4 ਪੋਰਟਸ ਨੇ SATA, ਇਹਦੇ ਵਿੱਚ ਅਸੀਂ ਹਾਰਡ ਡਿਸਕ ਵੀ ਲਗਾ ਸਕਦੇ ਹਾਂ। ਅੱਜ ਕੱਲ CD DVD ਵੀ ਜਿਹੜੀ ਉਹ ਵੀ SATA ਪੋਰਟਸ ਦੀਆਂ ਆ ਰਹੀਆਂ। ਸੋ ਇੱਥੇ CD DVD ਵੀ ਲੱਗ ਸਕਦਾ ਹੈ, ਹਾਰਡ ਡਿਸਕ ਵੀ ਲੱਗ ਸਕਦਾ ਹੈ। ਜੇਕਰ ਤੁਹਾਡੇ ਕੋਲ CD DVD IDE ਪੋਰਟ ਹੈ ਤਾਂ ਫਿਰ ਇੱਥੇ ਲੱਗੇਗਾ, SATA ਪੋਰਟ ਹੈ ਤਾਂ ਫਿਰ ਇੱਥੇ ਲੱਗੇਗਾ, ਕਿਉਂਕਿ ਇਹ ਸਾਡੇ ਕੋਲ ਚੁਆਇਸ ਹੁੰਦੀ ਹੈ ਕਿ ਜਿਸ ਤਰ੍ਹਾਂ ਦੀ ਅਸੀਂ ਡਿਵਾਈਸ ਲਗਾਈ ਹੈ ਲਈ ਹੈਗੀ ਹੈ ਉਹੀ ਡਿਵਾਈਸ ਉਸੇ ਪੋਰਟ ਦੇ ਉੱਪਰ ਹੀ ਲੱਗੇਗੀ। ਜੇਕਰ IDE ਲਈ ਹੈ IDE ਦੇ ਉੱਪਰ ਲੱਗੇਗੀ, SATA ਲਈ ਹੈ ਤਾਂ SATA ਦੇ ਉੱਪਰ ਲੱਗੇਗੀ। ਉਹਦੇ ਬਾਅਦ ਨੈਕਸਟ ਬੱਚੋ CD DVD ਪਾਵਰ ਸਪਲਾਈ ਐਂਡ SATA ਪੋਰਟਸ, ਇਹੀ ਸਾਰਾ ਸਾਡਾ ਮਦਰਬੋਰਡ ਹੈ ਬੱਚੋ। ਇਹਦੇ ਵਿੱਚ ਇਹ ਸੈੱਲ ਹੁੰਦਾ ਹੈ ਜਿਹੜਾ ਸਾਡਾ ਡੇਟ ਐਂਡ ਟਾਈਮ ਚਲਾਉਂਦਾ ਹੈ। ਕਈ ਵਾਰ ਕੀ ਹੁੰਦਾ ਸਾਡੇ ਕੰਪਿਊਟਰ ਦਾ ਡੇਟ ਐਂਡ ਟਾਈਮ ਜਿਹੜਾ ਖਰਾਬ ਹੋ ਜਾਂਦਾ ਹੈ। ਠੀਕ ਹੈ, ਕੰਪਿਊਟਰ ਆਟੋਮੈਟਿਕਲੀ ਉਹਨੂੰ ਅਪਡੇਟ ਨਹੀਂ ਕਰਦਾ ਤਾਂ ਕੁਝ ਨਹੀਂ ਹੁੰਦਾ। ਇਹ ਸੈੱਲ ਜਸਟ ਕਿਉਂਕਿ ਦੇਖੋ ਸਾਲ 2 ਸਾਲ ਬਾਅਦ ਸੈੱਲ ਨੇ ਖਤਮ ਹੋ ਜਾਣਾ ਹੈ। ਉਹਦੇ ਬਾਅਦ ਅਸੀਂ ਇਸ ਸੈੱਲ ਦਾ ਜਿਹੜਾ ਵੀ ਇਹਦੇ ਉੱਪਰ ਨੰਬਰ ਲਿਖਿਆ ਹੁੰਦਾ ਹੈ ਉਹ ਨੰਬਰ ਦੱਸ ਕੇ ਈਜ਼ੀਲੀ ਕਿਸੇ ਵੀ ਘੜੀਆਂ ਵਾਲੀ ਦੁਕਾਨ ਤੋਂ ਅਸੀਂ ਉਹ ਸੈੱਲ ਲਿਆ ਕੇ ਇਹਦੇ ਵਿੱਚ ਪਾ ਦਿਆਂਗੇ ਤਾਂ ਸਾਡਾ ਡੇਟ ਐਂਡ ਟਾਈਮ ਜਿਹੜਾ ਫਿਰ ਤੋਂ ਠੀਕ ਹੋ ਜਾਏਗਾ। ਠੀਕ ਹੈ, ਸੋ ਇਹੀ ਬੱਚੋ ਸਾਡੀਆਂ ਡਿਫਰੈਂਟ ਪੋਰਟਸ ਨੇ ਜਿਨ੍ਹਾਂ ਨੂੰ ਅਸੀਂ ਮਦਰਬੋਰਡ ਦੇ ਵਿੱਚ ਯੂਜ਼ ਕਰਦੇ ਹਾਂ। ਉਹਦੇ ਬਾਅਦ ਨੈਕਸਟ ਹੈ ਬੱਚੋ ਕੰਪਿਊਟਰ ਦੇ ਹਾਰਡਵੇਅਰ ਨੂੰ ਠੀਕ ਰੱਖਣ ਲਈ ਕੁਝ ਧਿਆਨਯੋਗ ਗੱਲਾਂ ਨੇ। ਉਹ ਕਿਹੜੀਆਂ ਗੱਲਾਂ ਦਾ ਅਸੀਂ ਧਿਆਨ ਰੱਖਣਾ ਹੈ? ਸਭ ਤੋਂ ਪਹਿਲਾਂ ਕੀ ਹੈ, ਕੰਪਿਊਟਰ ਦੇ ਜਿਹੜੇ ਭਾਗ ਨੇ ਉਹਨਾਂ ਨੂੰ ਸਾਫ਼ ਰੱਖਣਾ ਚਾਹੀਦਾ, ਕਿਉਂਕਿ ਮਿੱਟੀ ਦੇ ਨਾਲ ਤਾਂ ਡਸਟ ਦੇ ਨਾਲ ਖਰਾਬ ਹੋਣਗੇ। ਸੋ ਕੰਪਿਊਟਰ ਦੇ ਅਸੀਂ ਸਾਰੇ ਭਾਗਾਂ ਨੂੰ ਸਾਫ਼ ਰੱਖਣਾ ਹੈ। ਦੂਸਰਾ, ਜਦੋਂ ਸਾਡਾ ਕੰਪਿਊਟਰ ਅਸੀਂ ਯੂਜ਼ ਕਰ ਲਿਆ ਉਹਦੇ ਬਾਅਦ ਅਸੀਂ ਉਹਨੂੰ ਕਵਰ ਕਰ ਦੇਣਾ ਹੈ ਕਿਸੇ ਵੀ ਕੱਪੜੇ ਦੇ ਨਾਲ, ਜਾਂ ਕੰਪਿਊਟਰ ਦੇ ਕਵਰ ਵੀ ਅਵੇਲੇਬਲ ਨੇ ਮਾਰਕੀਟ ਦੇ ਵਿੱਚ, ਉਹਨਾਂ ਕਵਰਸ ਦੇ ਨਾਲ। ਇਹ ਕੰਪਿਊਟਰ ਦੀਆਂ ਜਿੰਨੀਆਂ ਵੀ ਬੱਚੋ ਤਾਰਾਂ ਹੁੰਦੀਆਂ ਨੇ ਉਹ ਤਾਰਾਂ ਨੂੰ ਖਿੱਚਣਾ ਨਹੀਂ ਚਾਹੀਦਾ, ਕਿਉਂਕਿ ਕੋਈ ਵੀ ਤਾਰ ਅਸੀਂ ਖਿੱਚਾਂਗੇ ਤਾਂ ਕੰਪਿਊਟਰ ਸਾਡਾ ਖਰਾਬ ਹੋਏਗਾ, ਹਾਰਡਵੇਅਰ ਸਾਡਾ ਖਰਾਬ ਹੋਏਗਾ।
ਕੰਪਿਊਟਰ ਨੂੰ ਫਿਰ ਇਸ ਢੰਗ ਦੇ ਨਾਲ ਆਪਣੇ ਘਰ 'ਚ ਰੱਖਣਾ ਚਾਹੀਦਾ ਹੈ ਕਿ ਕਿਸੇ ਹਿਲਜੁਲ ਦੇ ਨਾਲ ਉਹ ਡਿੱਗੇ ਨਾ, ਕਿਉਂਕਿ ਜੇਕਰ ਕੰਪਿਊਟਰ ਨੀਚੇ ਡਿੱਗੇਗਾ ਤਾਂ ਬੱਚੋ ਕੋਈ ਵੀ ਚੀਜ਼ ਨੀਚੇ ਡਿੱਗ ਕੇ ਟੁੱਟ ਸਕਦੀ ਹੈ, ਸਾਡਾ ਕੰਪਿਊਟਰ ਦਾ ਹਾਰਡਵੇਅਰ ਖਰਾਬ ਹੋ ਜਾਏਗਾ, ਕੰਪਿਊਟਰ ਖਰਾਬ ਹੋਏਗਾ। ਉਹ ਸੇਫਲੀ ਕੋਈ ਜਗ੍ਹਾ ਜਿਹੜੀ ਸਾਡੇ ਘਰ 'ਚ ਹੈ ਅਸੀਂ ਉਹਨੂੰ ਉੱਥੇ ਰੱਖਣਾ ਹੈ। ਚੱਲਦੇ ਹੋਏ ਕੰਪਿਊਟਰ ਨੂੰ ਕਦੀ ਸਾਫ਼ ਨਹੀਂ ਕਰਨਾ ਚਾਹੀਦਾ ਬੱਚਿਓ, ਕਿਉਂਕਿ ਉਹਦੇ ਨਾਲ ਤੁਹਾਨੂੰ ਕਿਸੇ ਵੇਲੇ ਉਹਦੇ 'ਚ ਕੋਈ ਕਰੰਟ ਦੀ ਪ੍ਰੋਬਲਮ ਵੀ ਆ ਸਕਦੀ ਹੈ, ਜਾਂ ਚੱਲਦੇ ਹੋਏ ਕੰਪਿਊਟਰ ਦੇ ਵਿੱਚ ਸਾਡੇ ਫੈਨ ਚੱਲ ਰਹੇ ਨੇ, ਫੈਨ ਦੇ ਵਿੱਚ ਕੱਪੜਾ ਜਿਹੜਾ ਲੱਗ ਸਕਦਾ ਹੈ, ਜਾਂ ਜਿਹੜਾ ਕੋਈ ਉਹਦਾ ਇਲੈਕਟ੍ਰੋਨਿਕ ਇਕਵਿਪਮੈਂਟ ਹੈਗਾ ਹੈ ਚੱਲਦੇ ਕੰਪਿਊਟਰ 'ਚ ਖਰਾਬ ਹੋਣ ਦਾ ਉਹਦਾ ਡਰ ਜ਼ਿਆਦਾ ਹੁੰਦਾ ਹੈ। ਸੋ ਚੱਲਦੇ ਕੰਪਿਊਟਰ ਨੂੰ ਕਦੀ ਸਾਫ਼ ਨਹੀਂ ਕਰਨਾ ਚਾਹੀਦਾ। ਕੰਪਿਊਟਰ ਨੂੰ ਹਮੇਸ਼ਾ ਨਰਮ ਬੁਰਸ਼ ਦੇ ਨਾਲ ਸਾਫ਼ ਕਰਨਾ ਚਾਹੀਦਾ, ਜਾਂ ਨਰਮ ਕੱਪੜਾ ਲੈ ਕੇ ਸਾਫ਼ ਕਰਨਾ ਚਾਹੀਦਾ ਹੈ। ਗੰਦੇ ਕੱਪੜੇ ਜਾਂ ਹਾਰਡ ਬੁਰਸ਼, ਹਾਰਡ ਕੱਪੜੇ ਦੇ ਨਾਲ ਸਾਫ਼ ਨਹੀਂ ਕਰਨਾ ਚਾਹੀਦਾ। ਕੰਪਿਊਟਰ ਦੇ ਨੇੜੇ ਬੱਚੋ ਕਦੀ ਕੁਝ ਖਾਣਾ ਪੀਣਾ ਨਹੀਂ ਚਾਹੀਦਾ। ਕੋਸ਼ਿਸ਼ ਕਰਨੀ ਚਾਹੀਦੀ ਹੈ ਜੇਕਰ ਤੁਸੀਂ ਘਰ 'ਚ ਕੰਪਿਊਟਰ ਯੂਜ਼ ਕਰ ਰਹੇ ਜੇ, ਇਹ ਨਹੀਂ ਕਿ ਕੰਪਿਊਟਰ ਦੇ ਕੋਲ ਬੈਠ ਕੇ ਕੋਲਡ ਡਰਿੰਕ ਪੀਣੀ ਸ਼ੁਰੂ ਕਰ ਦਿਓ। ਕੀ ਹੁੰਦਾ ਬੱਚੋ, ਕਿਸੇ ਵੇਲੇ ਗਲਤੀ ਦੇ ਨਾਲ ਕੋਲਡ ਡਰਿੰਕ ਦਾ ਗਲਾਸ ਜਾਂ ਚਾਹ ਦਾ ਗਲਾਸ ਤੁਹਾਡਾ ਜੇਕਰ ਕੰਪਿਊਟਰ ਦੇ ਉੱਪਰ ਡਿੱਗ ਜਾਏਗਾ ਤਾਂ ਤੁਹਾਡਾ ਕੰਪਿਊਟਰ ਖਰਾਬ ਹੋ ਜਾਏਗਾ। ਜੇਕਰ ਤੁਸੀਂ ਉਹਦੇ ਲਾਗੇ ਕੋਈ ਚੀਜ਼ ਖਾ ਰਹੇ ਜੇ, ਉਹ ਚੀਜ਼ ਜੇਕਰ ਕੰਪਿਊਟਰ ਦੇ ਵਿੱਚ ਡਿੱਗ ਪੈਂਦੀ ਹੈ, ਕੀਬੋਰਡ ਦੇ ਉੱਪਰ ਡਿੱਗ ਪੈਂਦੀ ਹੈ ਤਾਂ ਕੀਬੋਰਡ ਖਰਾਬ ਹੋਏਗਾ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਦੀ ਵੀ ਕੰਪਿਊਟਰ ਦੇ ਕੋਲ ਕਦੀ ਕੁਝ ਖਾਣਾ ਪੀਣਾ ਨਹੀਂ ਚਾਹੀਦਾ। ਸੋ ਜਿੰਨੇ ਵੀ ਕੰਪਿਊਟਰ ਦੀਆਂ ਬੱਚੋ ਕੀਬੋਰਡ ਦੀਆਂ ਕੀਜ਼ ਹੁੰਦੀਆਂ ਨੇ ਉਹਨਾਂ ਨੂੰ ਆਰਾਮ ਨਾਲ ਦਬਾਉਣਾ ਚਾਹੀਦਾ। ਜੇਕਰ ਅਸੀਂ ਜ਼ਿਆਦਾ ਜ਼ੋਰ ਦੀ ਕੀਜ਼ ਨੂੰ ਦਬਾਵਾਂਗੇ ਤਾਂ ਸਾਡਾ ਕੀਬੋਰਡ ਖਰਾਬ ਹੋ ਜਾਏਗਾ। ਸੋ ਇਸ ਤਰ੍ਹਾਂ ਇਹ ਡਿਫਰੈਂਟ ਸਾਡੇ ਕੋਲ ਗੱਲਾਂ ਨੇ ਕੰਪਿਊਟਰ ਨੂੰ ਠੀਕ ਰੱਖਣ ਲਈ, ਜਿਨ੍ਹਾਂ ਦਾ ਹਾਰਡਵੇਅਰ ਨੂੰ ਠੀਕ ਰੱਖਣ ਲਈ ਜਿਹਦਾ ਸਾਨੂੰ ਧਿਆਨ ਰੱਖਣਾ ਪਏਗਾ। ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦਾ ਜੇਕਰ ਬੱਚੋ ਧਿਆਨ ਰੱਖਦੇ ਆ ਤਾਂ ਸਾਡੇ ਕੰਪਿਊਟਰ ਦੇ ਵਿੱਚ ਹਾਰਡਵੇਅਰ ਦੇ ਵਿੱਚ ਬਹੁਤ ਘੱਟ ਪ੍ਰੋਬਲਮਸ ਆਣਗੀਆਂ। ਨੈਕਸਟ ਬੱਚੋ ਸਾਡੇ ਕੋਲ ਟੌਪਿਕ ਹੈਗਾ ਹੈ ਸੌਫਟਵੇਅਰ। ਸੌਫਟਵੇਅਰ ਕਿੰਨੀ ਤਰ੍ਹਾਂ ਦੇ ਹੁੰਦੇ ਨੇ? ਦੋ ਤਰ੍ਹਾਂ ਦੇ ਬੱਚੋ ਸੌਫਟਵੇਅਰ ਹੁੰਦੇ ਨੇ, ਸਿਸਟਮ ਸੌਫਟਵੇਅਰ ਅਤੇ ਐਪਲੀਕੇਸ਼ਨ ਸੌਫਟਵੇਅਰ। ਸਭ ਤੋਂ ਪਹਿਲਾਂ ਤਾਂ ਇਹ ਸਮਝੀਏ ਕਿ ਸੌਫਟਵੇਅਰ ਕੀ ਹੁੰਦਾ ਹੈ। ਠੀਕ ਹੈ ਬੱਚੋ, ਕੰਪਿਊਟਰ ਨੂੰ ਕੰਮ ਕਰਾਉਣ ਲਈ ਸਾਨੂੰ ਉਹਨੂੰ ਲੜੀਬੰਦ ਹਦਾਇਤਾਂ ਦੀ ਜ਼ਰੂਰਤ ਹੁੰਦੀ ਹੈ। ਅਸੀਂ ਉਹਨੂੰ ਕੋਈ ਹਦਾਇਤਾਂ ਦਿੰਨੇ ਆ ਜਿਹਦੇ ਨਾਲ ਕੰਪਿਊਟਰ ਸਾਡਾ ਕੰਮ ਕਰਦਾ ਹੈ। ਠੀਕ ਹੈ, ਸੋ ਇਸ ਤਰ੍ਹਾਂ ਦੀਆਂ ਜਦੋਂ ਬਹੁਤ ਸਾਰੀਆਂ ਅਸੀਂ ਹਦਾਇਤਾਂ ਇਕੱਠੀਆਂ ਕਰ ਲੈਂਦੇ ਆ ਸਾਡੇ ਕੋਲ ਇੱਕ ਪ੍ਰੋਗਰਾਮ ਬਣ ਜਾਂਦਾ ਹੈ। ਠੀਕ ਹੈ, ਉਸ ਪ੍ਰੋਗਰਾਮ ਇਸੇ ਤਰ੍ਹਾਂ ਦੇ ਜਦੋਂ ਅਸੀਂ ਬਹੁਤ ਸਾਰੇ ਪ੍ਰੋਗਰਾਮ ਇਕੱਠੇ ਕਰ ਲੈਂਦੇ ਤਾਂ ਇੱਕ ਸੌਫਟਵੇਅਰ ਬਣ ਜਾਂਦਾ ਹੈ। ਸਿੰਪਲ ਸਮਝੋ, ਬਹੁਤ ਸਾਰੀਆਂ ਹਦਾਇਤਾਂ ਦੇ ਇਕੱਠ ਨੂੰ ਪ੍ਰੋਗਰਾਮ ਕਿਹਾ ਜਾਂਦਾ ਹੈ, ਬਹੁਤ ਸਾਰੇ ਪ੍ਰੋਗਰਾਮਾਂ ਦੇ ਇਕੱਠ ਨੂੰ ਸੌਫਟਵੇਅਰ ਕਿਹਾ ਜਾਂਦਾ ਹੈ। ਤੇ ਸੌਫਟਵੇਅਰ ਫਿਰ ਅੱਗੇ ਦੋ ਕਿਸਮ ਦੇ ਹੁੰਦੇ ਨੇ, ਸਿਸਟਮ ਸੌਫਟਵੇਅਰ ਤੇ ਐਪਲੀਕੇਸ਼ਨ ਸੌਫਟਵੇਅਰ। ਬੱਚੋ ਸਿਸਟਮ ਸੌਫਟਵੇਅਰ ਜਿਹੜੇ ਹੈਗੇ ਨੇ ਸਾਡੇ ਕੰਪਿਊਟਰ ਨੂੰ ਚਲਾਉਣ ਵਿੱਚ ਮਦਦ ਕਰਦੇ ਨੇ, ਹਾਰਡਵੇਅਰ ਨੂੰ ਵਰਤਣ ਵਿੱਚ ਮਦਦ ਕਰਦੇ ਨੇ। ਬਿਨਾਂ ਸਿਸਟਮ ਸੌਫਟਵੇਅਰ ਕੰਪਿਊਟਰ ਨਹੀਂ ਚੱਲ ਸਕਦਾ। ਠੀਕ ਹੈ, ਸੋ ਸਿਸਟਮ ਸੌਫਟਵੇਅਰ ਜਿਹੜਾ ਕੰਪਿਊਟਰ ਦਾ ਬਹੁਤ ਜ਼ਰੂਰੀ ਭਾਗ ਹੈਗਾ ਹੈ, ਇਹ ਸਾਨੂੰ ਕੰਪਿਊਟਰ ਦੇ ਉੱਪਰ ਪਾਣਾ ਹੀ ਪਏਗਾ। ਐਪਲੀਕੇਸ਼ਨ ਸੌਫਟਵੇਅਰ ਬੱਚੋ ਕੀ ਹੁੰਦਾ ਹੈ, ਇਹ ਯੂਜ਼ਰ ਤੇ ਡਿਪੈਂਡੈਂਟ ਕਰਦਾ ਹੈ ਕਿ ਯੂਜ਼ਰ ਨੂੰ ਕਿਸ ਤਰ੍ਹਾਂ ਦੀ ਐਪਲੀਕੇਸ਼ਨ ਉਹਨੇ ਚਲਾਣੀ ਹੈ। ਜਿਸ ਤਰ੍ਹਾਂ ਦੀ ਐਪਲੀਕੇਸ਼ਨ ਦੇ ਵਿੱਚ ਉਹਨੇ ਕੰਮ ਕਰਨਾ ਹੈ ਉਸੇ ਤਰ੍ਹਾਂ ਦਾ ਐਪਲੀਕੇਸ਼ਨ ਸੌਫਟਵੇਅਰ ਉਹ ਆਪਣੇ ਕੰਪਿਊਟਰ 'ਚ ਇੰਸਟਾਲ ਕਰੇਗਾ। ਸੋ ਇਹ ਡਿਫਰੈਂਟ ਤਰ੍ਹਾਂ ਦੇ ਜਿਹੜੇ ਸੌਫਟਵੇਅਰ ਨੇ ਸਾਡੇ ਕੋਲ ਅਵੇਲੇਬਲ ਨੇ, ਸਿਸਟਮ ਸੌਫਟਵੇਅਰ, ਐਪਲੀਕੇਸ਼ਨ ਸੌਫਟਵੇਅਰ। ਸੋ ਕੰਪਿਊਟਰ ਬੱਚੋ ਹਾਰਡਵੇਅਰ ਤੇ ਸੌਫਟਵੇਅਰ ਦੇ ਵਿੱਚ ਥੋੜਾ ਜਿਹਾ ਡਿਫਰੈਂਸ ਅਸੀਂ ਕਰਾਂਗੇ। ਦੇਖੋ ਕੰਪਿਊਟਰ ਹਾਰਡਵੇਅਰ ਦਾ ਅਸੀਂ ਕੀ ਲੈਂਦੇ ਸੀ, ਕੰਪਿਊਟਰ ਹਾਰਡਵੇਅਰ ਦਾ ਭਾਰ ਹੁੰਦਾ ਹੈ। ਠੀਕ ਹੈ, ਇਸੇ ਤਰ੍ਹਾਂ ਸੌਫਟਵੇਅਰ ਦਾ ਭਾਰ ਨਹੀਂ ਹੁੰਦਾ। ਸੌਫਟਵੇਅਰ ਦਾ ਕੋਈ ਭਾਰ ਨਹੀਂ ਹੁੰਦਾ ਕਿਉਂਕਿ ਸਿਰਫ ਕੰਪਿਊਟਰ ਦੇ ਵਿੱਚ ਅਸੀਂ ਇੰਸਟਾਲ ਕਰਦੇ ਹਾਂ। ਸੋ ਇਸ ਕਰਕੇ ਸੌਫਟਵੇਅਰ ਦਾ ਕੋਈ ਭਾਰ ਨਹੀਂ ਹੁੰਦਾ। ਹਾਰਡਵੇਅਰ ਨੂੰ ਅਸੀਂ ਛੂ ਸਕਦੇ ਹਾਂ। ਠੀਕ ਹੈ, ਹਾਰਡਵੇਅਰ ਨੂੰ ਅਸੀਂ ਛੂ ਸਕਦੇ ਹਾਂ ਪਰ ਸੌਫਟਵੇਅਰ ਨੂੰ ਅਸੀਂ ਛੂ ਨਹੀਂ ਸਕਦੇ। ਸੌਫਟਵੇਅਰ ਜਿਹੜਾ ਕੰਪਿਊਟਰ ਦੇ ਅੰਦਰ ਸਿਰਫ ਇੱਕ ਲੜੀਬੰਦ ਹਦਾਇਤਾਂ ਦੀ ਲੜੀ ਹੁੰਦੀ ਹੈ ਜਿਹੜੀ ਕੰਮ ਕਰਦੀ ਹੈ। ਸੋ ਕੰਪਿਊਟਰ ਦੇ ਸੌਫਟਵੇਅਰ ਨੂੰ ਅਸੀਂ ਛੂ ਨਹੀਂ ਸਕਦੇ, ਹਾਰਡਵੇਅਰ ਨੂੰ ਅਸੀਂ ਛੂ ਸਕਦੇ ਹਾਂ। ਫਿਰ ਬੱਚੋ ਕੰਪਿਊਟਰ ਦਾ ਜਿਹੜਾ ਹਾਰਡਵੇਅਰ ਹੈ ਉਹ ਇੰਨਾ ਕੀਮਤੀ ਨਹੀਂ ਹੁੰਦਾ ਜਿੰਨੇ ਕੀਮਤੀ ਸੌਫਟਵੇਅਰ ਹੁੰਦੇ ਨੇ। ਅਸੀਂ ਕਹਿ ਸਕਦੇ ਹਾਂ ਕੰਪਿਊਟਰ ਦਾ ਹਾਰਡਵੇਅਰ ਸਸਤਾ ਹੈ ਸੌਫਟਵੇਅਰ ਨਾਲੋਂ। ਠੀਕ ਹੈ, ਸੋ ਕੰਪਿਊਟਰ ਸੌਫਟਵੇਅਰ ਜਿਹੜੇ ਉਹ ਕਾਫੀ ਮਹਿੰਗੇ ਹੁੰਦੇ ਨੇ ਹਾਰਡਵੇਅਰ ਦੇ ਕੰਪੈਰੀਟਿਵਲੀ। ਜੇਕਰ ਅਸੀਂ ਉਹਨਾਂ ਨੂੰ ਕੰਪਨੀ ਕੋਲੋਂ ਖਰੀਦਦੇ ਆ ਤਾਂ ਸੌਫਟਵੇਅਰ ਸਾਨੂੰ ਕਾਫੀ ਮਹਿੰਗੇ ਪੈਂਦੇ ਨੇ, ਹਾਰਡਵੇਅਰ ਜਿਹੜਾ ਆ ਉਹ ਸਾਨੂੰ ਸਸਤਾ ਪੈਂਦਾ ਹੈ। ਸੋ ਇਸ ਤਰ੍ਹਾਂ ਅਸੀਂ ਸੌਫਟਵੇਅਰ ਜਿਹੜਾ ਹੈਗਾ ਆ ਉਹਨੂੰ ਅਸੀਂ ਯੂਜ਼ ਕਰ ਸਕਦੇ ਆ। ਸੋ ਬੱਚੋ ਸਿਸਟਮ ਸੌਫਟਵੇਅਰ ਤੇ ਐਪਲੀਕੇਸ਼ਨ ਸੌਫਟਵੇਅਰ ਦੇ ਵਿੱਚ ਅਸੀਂ ਥੋੜਾ ਜਿਹਾ ਦੇਖਾਂਗੇ। ਸਿਸਟਮ ਸੌਫਟਵੇਅਰ ਜਿਹੜਾ ਕੰਪਿਊਟਰ ਨੂੰ ਚਲਾਉਣ ਦੇ ਵਿੱਚ ਮਦਦ ਕਰਦਾ ਹੈ, ਇਹਦੇ ਬਿਨਾ ਕੰਪਿਊਟਰ ਸਾਡਾ ਚੱਲ ਨਹੀਂ ਸਕਦਾ। ਸੋ ਸਿਸਟਮ ਸੌਫਟਵੇਅਰ ਦੀ ਕੀਮਤ ਜਿਹੜੀ ਆ ਐਪਲੀਕੇਸ਼ਨ ਸੌਫਟਵੇਅਰ ਨਾਲੋਂ ਜ਼ਿਆਦਾ ਹੁੰਦੀ ਹੈ। ਸੋ ਸਿਸਟਮ ਸੌਫਟਵੇਅਰ ਜਿਹੜਾ ਮਹਿੰਗਾ ਹੈ ਐਪਲੀਕੇਸ਼ਨ ਸੌਫਟਵੇਅਰ ਨਾਲੋਂ, ਪਹਿਲੀ ਗੱਲ। ਦੂਸਰੀ ਗੱਲ, ਸਿਸਟਮ ਸੌਫਟਵੇਅਰ ਨੂੰ ਬਣਾਉਣਾ ਸੌਖਾ ਨਹੀਂ ਹੈਗਾ, ਇਹ ਕਾਫੀ ਔਖਾ ਡਿਵੈਲਪ ਹੁੰਦਾ ਹੈ, ਇਸੇ ਲਈ ਮਹਿੰਗਾ ਹੁੰਦਾ ਹੈ। ਐਪਲੀਕੇਸ਼ਨ ਸੌਫਟਵੇਅਰ ਬਣਾਉਣੇ ਸੌਖੇ ਹੁੰਦੇ ਨੇ।
ठीक है। सो सिस्टम सॉफ्टवेयर जिहड़ा गुंझलदार हुंदा है, इहदे विच कंपलैक्सिटी जिहड़ी ज़्यादा हुंदी है। एप्लीकेशन सॉफ्टवेयर साडे सौखे हुंदे ने, बनाउणा सौखा हुंदा है। सिस्टम सॉफ्टवेयर के बिना कंप्यूटर काम नहीं कर सकता, पर एप्लीकेशन सॉफ्टवेयर के बिना कंप्यूटर काम कर सकता है। बच्चों ये थोड़े जे डिफरेंस है सिस्टम सॉफ्टवेयर ते एप्लीकेशन सॉफ्टवेयर दे, जिन्हां नूं तुसीं देख सकते जे। सो डिफरेंट टाइप के एप्लीकेशन सॉफ्टवेयर साडे को अवेलेबल ने, जिस तरह तुसीं देखिया होना है MS ऑफिस अवेलेबल है, जिहदे विच MS वर्ड एक्सल पावर पॉइंट एसएस, उसदे बाद पेंट अवेलेबल है, जिहड़ा कि तुसीं हुणे पिछे जे करके देखिया, उसदा प्रैक्टिकल सारा कीता है। पेंट भी किहड़ा साडा एप्लीकेशन सॉफ्टवेयर, जिहदे विच असीं ड्राइंग कर सकते हैं, ठीक है। सो इस तरह डिफरेंट टाइप के जिहड़े सॉफ्टवेयर साडे को अवेलेबल ने। एक बार फिर असीं सिस्टम सॉफ्टवेयर ते एप्लीकेशन सॉफ्टवेयर के डिफरेंस ते झाती मारांगे। पहली गल, सिस्टम सॉफ्टवेयर जिहड़ा लाजमी है कंप्यूटर नूं चलाउण वास्ते, एप्लीकेशन सॉफ्टवेयर लाजमी नहीं है कंप्यूटर नूं चलाउण वास्ते। सिस्टम सॉफ्टवेयर गुंझलदार हुंदा है, एप्लीकेशन सॉफ्टवेयर गुंझलदार नहीं हुंदा। सिस्टम सॉफ्टवेयर की कीमत ज्यादा है, एप्लीकेशन सॉफ्टवेयर जिहड़े साडे सस्ते हुंदे ने। उसदे बाद सिस्टम सॉफ्टवेयर जिहड़ा हार्डवेयर नाल सीधा संबंध जिहड़ा सिस्टम सॉफ्टवेयर दा हुंदा है, क्योंकि हार्डवेयर नूं किस तरह वरतना है ये साडा सिस्टम सॉफ्टवेयर ही दसदा है। एप्लीकेशन सॉफ्टवेयर जिहड़ा है, जेकर उन्हें किसी हार्डवेयर नूं वरतना होवे तो सिस्टम सॉफ्टवेयर की मदद दे नाल हार्डवेयर नूं वरत सकदा है। एप्लीकेशन सॉफ्टवेयर सीधा हार्डवेयर नूं यूज नहीं कर सकदा। सो सिस्टम सॉफ्टवेयर दी उदाहरणां ने बच्चों, जिस तरह विंडो, यूनिक्स, लाइनक्स, ठीक है, ये डॉस, ये सारिया सिस्टम सॉफ्टवेयर दी उदाहरणां ने। एप्लीकेशन सॉफ्टवेयर दी बहुत सारी उदाहरणां ने, जिस तरह तुहाडा पेंट, MS वर्ड, एक्सल, पावर पॉइंट एसएस एंड सो ऑन, ठीक है। सो इस तरह असीं इहनूं यूज कर सकते हैं। लास्ट पॉइंट बच्चों साडे कोल हैगा हार्डवेयर अते सॉफ्टवेयर विच संबंध। बच्चों हार्डवेयर जिहड़ा हैगा ये बिना हार्डवेयर या सॉफ्टवेयर के कंप्यूटर कंप्लीट नहीं होंदा। जेकर तुहाडे कोल हार्डवेयर है, सॉफ्टवेयर है नहीं, कंप्यूटर की वैल्यू जीरो। जेकर तुहाडे कोल बच्चों सॉफ्टवेयर हैगा बट हार्डवेयर है नहीं, कंप्यूटर की वैल्यू जीरो, क्योंकि ये दोने कंप्लीट होणगे तां फिर ही असीं अपना सिस्टम जिहड़ा वो चला सकते हैं। बिना हार्डवेयर सॉफ्टवेयर का कोई मतलब नहीं हैगा, बिना सॉफ्टवेयर हार्डवेयर का कोई काम नहीं हैगा। हार्डवेयर दे नाल ही सॉफ्टवेयर नूं वरतदे हां ते सॉफ्टवेयर दे नाल ही हार्डवेयर नूं वरतदे हां, ठीक है। दोवें एक दूजे की मदद दे नाल ही सही ढंग दे नाल काम करदे ने, असीं उहनूं यूज कर सकते हैं। सो बिना हार्डवेयर दे असीं सिस्टम सॉफ्टवेयर जिहड़ा उहनूं नहीं यूज कर सकते, बिना सिस्टम सॉफ्टवेयर दे साडे हार्डवेयर का कोई यूज नहीं हैगा। सो इस तरह असीं इन्हां नूं देखने हैं, यूज कर सकते हैं, ठीक है बच्चों। सो मैं आस करदा हां कि यह जिहड़ा 6वां चैप्टर है हार्डवेयर अते सॉफ्टवेयर तुहानूं बहुत चंगी तरह समझ लग गया होएगा। सो थैंक यू, तुसीं मेरी ये वीडियो नूं वॉच कीता। नैक्सट वीडियो मैं अपनी 7वें चैप्टर की बहुत जल्दी तुहाडे लई लैके आवांगा। धन्नवाद।